ਧੂਆਂਧਾਰ ਪ੍ਰਚਾਰ ਕਰ ਦਿੱਤਾ ਕਿ ਬਹੁਤ ਵੱਡੀ ਰਿਲੀਫ ਮਿਲੀ ਆ ਰਾਘਵ ਚੱਡਾ ਦੇ ਮਸਲੇ ਦੇ ਵਿੱਚ। ਨਾਲ ਦੀ ਨਾਲ ਹਾਈ ਕੋਰਟ ਵੱਲੋਂ ਉਸ ਵਕੀਲ ਦੀ ਝਾੜ ਝੰਬ ਵੀ ਕੀਤੀ ਗਈ। ਰਾਘਵ ਚੱਡਾ ਪੰਜਾਬ ਦੇ ਕਿਤੇ ਮਸਲੇ ਹੀ ਦਖਲ ਨਹੀਂ ਦੇਗਾ। ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਜਾਂ ਹਰਜੋਤ ਬੈਂਸ ਨੂੰ ਸਮਝ ਨਹੀਂ ਲੱਗੀ, ਜਿਹੜੇ ਖੁਦ ਐਡਵੋਕੇਟ ਨੇ ਜਾਂ ਕਿਹੋ ਜਿਹੇ ਨੇ। ਤੇ ਅੱਜ ਮੈਂ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਡੈਫਾਮੇਸ਼ਨ ਦਾ, ਔਰ ਨਾਲ ਇਹਨਾਂ ਨੂੰ ਕਿਹਾ 24 ਘੰਟੇ ਹੀ ਮਾਫੀ ਮੰਗੋ, ਤੁਹਾਡੇ ਤੇ ਹੋਰ ਕਾਰਵਾਈਆਂ ਕਿਉਂ ਨਾ ਕੀਤੀਆਂ ਜਾਣ। 10 ਕਰੋੜ ਰੁਪਏ ਦਾ ਰੁਝਾਨਾ ਜਿਹੜਾ 7 ਦਿਨਾਂ ਦੇ ਵਿੱਚ ਪੇ ਕਰੋ। ਰਾਘਵ ਚੱਡੇ ਦੀ ਚੇਅਰਮੈਨੀ ਬਚਾਉਣ ਵਾਸਤੇ ਸਰਕਾਰ ਨੇ ਦਿੱਲੀੋਂ ਤੋਂ ਐਡਵੋਕੇਟ ਨਹੀਂ, ਆਪਣਾ ਜਿਹੜਾ ਐਡਵੋਕੇਟ ਜਨਰਲ ਦਾ ਆਫਿਸ ਹੈ ਉਹਨੂੰ ਇਗਨੋਰ ਕਰਕੇ ਦੂਜੇ ਵਕੀਲ ਹਾਇਰ ਕਰ ਲਏ। ਭਗਵੰਤ ਮਾਨ ਜੀ ਨੇ ਏਡੇ ਵੱਡੇ ਬਿਆਨ ਦੇ ਦਿੱਤੇ ਵੀ ਰਾਘਵ ਚੱਡਾ ਨੂੰ ਚੇਅਰਮੈਨ ਬਣਾ ਦਿੱਤਾ। ਮਾਂ ਜੰਮੀ ਨਾ ਪੁੱਤ ਬਨੇਰੇ। ਸਾਡੇ ਮੁੱਖ ਮੰਤਰੀ ਪੰਜਾਬ ਅਰਵਿੰਦ ਕੇਜਰੀਵਾਲ ਵਾਂਗੂ ਉਹ ਮਾਫੀ ਮੰਗਣਗੇ। ਪੰਜਾਬ ਸਰਕਾਰ ਵੱਲੋਂ ਰਾਘਵ ਚੱਡਾ ਨੂੰ ਚੇਅਰਮੈਨ ਲਗਾਉਣ ਦਾ ਫੈਸਲਾ ਕੀਤਾ ਗਿਆ। ਇਹ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਔਰ ਹਾਈ ਕੋਰਟ ਨੇ ਕੱਲ ਸਰਕਾਰ ਨੂੰ ਲੈ ਕੇ ਕਾਫੀ ਸਰਕਾਰ ਦੀ ਖਿਚਾਈ ਕੀਤੀ। ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਜਿਨ੍ਹਾਂ ਨੇ ਪਟੀਸ਼ਨ ਪਾਈ ਆ ਉਹਨਾਂ ਨੂੰ ਫਟਕਾਰ ਲਗਾਈ ਆ, ਤੇ ਨਾਲ ਦੀ ਨਾਲ ਉਹਨਾਂ ਦੇ ਕੈਬਨਿਟ ਮੰਤਰੀ ਸਰਕਾਰ ਦੇ ਇੱਥੋਂ ਤੱਕ ਕਹਿ ਰਹੇ ਨੇ ਕਿ ਇਹ PIL ਜਿਹਦਾ ਮਤਲਬ ਪਬਲਿਕ ਇੰਟਰਸਟ ਲਿਟੀਗੇਸ਼ਨ ਨਹੀਂ ਆ, ਇਹ ਪੋਲੀਟੀਕਲ ਇੰਟਰਸਟ ਲਿਟੀਗੇਸ਼ਨ ਆ। ਇਸ ਬਾਬਤ ਉਸੇ ਐਡਵੋਕੇਟ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਮਸਲਾ ਉਠਾਇਆ ਸੀ, ਐਡਵੋਕੇਟ ਜਗਮੋਹਨ ਸਿੰਘ ਭੱਟੀ। ਭੱਟੀ ਸਾਹਿਬ, ਸਰਕਾਰ ਕਹਿ ਰਹੀ ਆ ਧੂਆਂਧਾਰ ਪ੍ਰਚਾਰ ਕਰ ਦਿੱਤਾ ਕਿ ਬਹੁਤ ਵੱਡੀ ਰਿਲੀਫ ਮਿਲੀ ਆ ਰਾਘਵ ਚੱਡਾ ਦੇ ਮਸਲੇ ਦੇ ਵਿੱਚ, ਤੇ ਜਿਸ ਵਕੀਲ ਸਾਹਿਬ ਨੇ ਪਟੀਸ਼ਨ ਪਾਈ ਸੀ ਇਹ ਟੋਟਲੀ ਪੋਲੀਟੀਕਲ ਸੀ, ਤੇ ਦੂਜਾ ਨਾਲ ਦੀ ਨਾਲ ਹਾਈ ਕੋਰਟ ਵੱਲੋਂ ਉਸ ਵਕੀਲ ਦੀ ਝਾੜ ਝੰਬ ਵੀ ਕੀਤੀ ਗਈ। ਪੂਰਾ ਮਸਲਾ ਕੀ ਆ? ਦੇਖੋ, ਮੈਂ ਜੋ ਕੱਲ ਪਟੀਸ਼ਨ ਦੀ ਡਿਸਪੋਜ਼ਲ ਹੋਈ ਹੈ ਮਾਨਯੋਗ ਹਾਈ ਕੋਰਟ ਤੋਂ, ਪੰਜਾਬ ਸਰਕਾਰ ਨੇ ਪੱਲਾ ਝਾੜਿਆ ਜੀ ਇਹਨਾਂ ਦੀ ਪਟੀਸ਼ਨ ਪੈਂਡਿੰਗ ਹੈ, ਸਾਡੇ ਕੋਲ ਰਿਪਰੈਜ਼ੈਂਟੇਸ਼ਨ ਪੈਂਡਿੰਗ ਹੈ, ਅਸੀਂ ਉਹ ਡਿਸਾਈਡ ਕਰ ਦਿੰਦੇ ਹਾਂ। ਹਾਈ ਕੋਰਟ ਨੇ ਨਹੀਂ ਕਿਹਾ ਜੀ ਤੁਸੀਂ ਜੋ ਕਰਨਾ ਕਰੋ। ਆਰਡਰਸ ਜਿਹੜਾ ਡਿਟੇਲਡ ਆਰਡਰ ਹੈ ਦੈਟ ਵਿਲ ਫਾਲੋ। ਹਾਈ ਕੋਰਟ ਨੇ ਸਿਰਫ ਇਹ ਕਿਹਾ, ਹੋਰ ਕੁਝ ਨਹੀਂ ਕਿਹਾ। ਲੇਕਿਨ ਜਦੋਂ ਉਹਨਾਂ ਨੇ ਇਹ ਪੁੱਛਿਆ, ਮੈਂ ਕਿਹਾ ਜੀ ਇਹ ਕਨਸਟੀਟਿਊਸ਼ਨਲ ਫਰਾਡ ਹੈ, ਲੋਕਾਂ ਨਾਲ, ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਜਾਂ ਕੀ ਹੈ ਕੀ ਨਹੀਂ, ਇਹ ਵੈਲਫੇਅਰ ਸਟੇਟ ਨੂੰ ਸ਼ੋਭਦਾ। ਤਾਂ ਮੇਰੀ ਇਸ ਗੱਲ ਨੂੰ ਅਦਾਲਤ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਇਹੀ ਸਵਾਲ ਇਹਨਾਂ ਨੂੰ ਕੀਤਾ, ਇਹ ਕਨਸਟੀਟਿਊਸ਼ਨਲ ਫਰਾਡ ਹੈ ਜਾਂ ਨਹੀਂ ਹੈ, ਇਹ ਨੋਟੀਫਿਕੇਸ਼ਨ ਤੁਹਾਡੀ ਜਾਇਜ਼ ਹੈ ਜਾਂ ਨਾਜਾਇਜ਼ ਹੈ ਜਾਂ ਕੀ ਹੈ, ਜਾਂ ਇਹ ਵਾਕਈ ਨੋਟੀਫਿਕੇਸ਼ਨ ਹੈ ਜਾਂ ਨਹੀਂ ਹੈ, ਇਹਦੇ ਉੱਤੇ ਕੁਝ ਨਹੀਂ ਬੋਲ ਸਕੇ। ਜੇ ਕੁਝ ਨਹੀਂ ਬੋਲ ਸਕੇ ਤੇ ਇਹਨਾਂ ਨੇ ਪੱਲਾ ਝਾੜਦਿਆਂ ਹੋਇਆਂ ਇਹ ਕਿਹਾ ਜੀ ਅਸੀਂ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਡਿਸਾਈਡ ਕਰ ਦਿੰਦੇ ਹਾਂ। ਵਿਦਿਨ ਦੀ ਇੰਟਰਵੀਨਿੰਗ ਪੀਰੀਅਡ ਕਈ ਡਿਵੈਲਪਮੈਂਟਸ ਆਈਆਂ ਸੀ ਜਿਹੜੀਆਂ ਪਟੀਸ਼ਨਰ ਨੂੰ ਪਤਾ ਨਹੀਂ। ਮੈਂ ਕਿਹਾ ਜੀ ਜਿਹੜੀਆਂ ਡਿਵੈਲਪਮੈਂਟਸ ਆਈਆਂ ਸੀ ਇਹਨਾਂ ਨੂੰ ਕਹੋ ਮੈਨੂੰ ਉਹਨਾਂ ਦੀ ਕਾਪੀ ਦੇ ਦੇਣ, ਮੁਹੱਈਆ ਕਰਾ ਦੇਣ, ਤਾਂ ਕਿ ਜੇ ਅਗਲੇ ਰਾਊਂਡ ਵਿੱਚ ਮੈਂ ਆਵਾਂ ਤੇ ਮੇਰੇ ਕੋਲ ਗੱਲਾਂ ਪੂਰੀਆਂ ਹੋਣ। ਤੇ ਜੇ ਇਹਨਾਂ ਕੋਲ ਤੁਸੀਂ ਡਿਸਾਈਡ ਕਰਨ ਦੀ ਇਹਨਾਂ ਨੂੰ ਕਹਿ ਰਹੇ ਹੋ, ਰਿਪਰੈਜ਼ੈਂਟੇਸ਼ਨ ਇਹ ਟਾਈਮ ਮੰਗ ਰਹੇ ਨੇ ਤੁਹਾਡੇ ਤੋਂ, ਤੇ ਫਿਰ ਟਾਈਮ ਬਾਉਂਡ ਕਰ ਦਿਓ। ਤੇ ਇੱਕ ਬੇਨਤੀ ਹੋਰ ਹੈ, ਰਾਘਵ ਚੱਡਾ ਪੰਜਾਬ ਦੇ ਕਿਤੇ ਮਸਲੇ ਹੀ ਦਖਲ ਨਹੀਂ ਦੇਗਾ। ਇਹ ਮੈਂ ਬੇਨਤੀਆਂ ਲਾਈਆਂ, ਇਹਦੇ ਬਾਰੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਜਾਂ ਹਰਜੋਤ ਬੈਂਸ ਨੂੰ ਸਮਝ ਨਹੀਂ ਲੱਗੀ, ਜਿਹੜੇ ਖੁਦ ਐਡਵੋਕੇਟ ਨੇ ਜਾਂ ਕਿਹੋ ਜਿਹੇ ਨੇ ਮਾਨਸਿਕਤਾ ਦੇ, ਉਹ ਤੁਸੀਂ ਖੁਦ ਅੰਦਾਜ਼ਾ ਲਾ ਲਓ, ਮੈਂ ਨਹੀਂ ਕਹਿ ਸਕਦਾ। ਲੇਕਿਨ ਜੋ ਇਹਨਾਂ ਦੇ ਪੰਜਾਬ ਮੀਡੀਆ ਨੇ ਸਰਕੂਲੇਟ ਕੀਤੀਆਂ ਪ੍ਰੈਸ ਨੋਟ ਜਾਂ ਕੁਛ ਵੀ ਹੈ, ਉਹਦੇ ਉੱਤੇ ਅੱਜ ਮੈਂ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਡੈਫਾਮੇਸ਼ਨ ਦਾ। ਈਮੇਲ ਭੇਜ ਦਿੱਤਾ ਜੀ, ਔਰ ਨਾਲ ਇਹਨਾਂ ਨੂੰ ਕਿਹਾ 24 ਘੰਟੇ ਹੀ ਮਾਫੀ ਮੰਗੋ, ਤੇ ਤੁਹਾਡੇ ਉੱਤੇ ਅਗਲੇਤੀ ਕਾਰਵਾਈ ਕਿਉਂ ਨਾ ਕੀਤੀ ਜਾਵੇ, IT ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ, ਤੁਹਾਡੇ ਤੇ ਹੋਰ ਕਾਰਵਾਈਆਂ ਕਿਉਂ ਨਾ ਕੀਤੀਆਂ ਜਾਣ। 10 ਕਰੋੜ ਰੁਪਏ ਦਾ ਰੁਝਾਨਾ ਜਿਹੜਾ 7 ਦਿਨਾਂ ਦੇ ਵਿੱਚ ਪੇ ਕਰੋ। ਤੇ ਕਿਹਨੂੰ ਤੁਸੀਂ ਪਾਰਟੀ ਬਣਾਇਆ ਹੋ ਜੀ? ਕਿਹਨੂੰ ਡੈਫਾਮੇਸ਼ਨ ਤੁਸੀਂ ਮਹਿਸੂਸ ਕਰਦੇ? ਇਹ ਹੱਦ ਤੱਕ ਐਡਵੋਕੇਟ ਜਗਮੋਹਨ ਸਿੰਘ ਭੱਟੀ ਦੀ ਕੀਤੀ ਗਈ ਹੈ ਕਿ ਜਾਂ ਹਾਈ ਕੋਰਟ ਦੀ? ਦੋਨਾਂ ਦੀ ਇੰਟਰਫੀਰੈਂਸ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਹੈ, ਜਿਹਦਾ ਮੈਂ ਕੰਟੈਂਪਟ ਨੋਟਿਸ ਸੈਪਰੇਟ ਇਸ਼ੂ ਕਰਾਂਗਾ ਜੀ। ਇਟ ਇਜ਼ ਇੰਟਰਫੀਰੈਂਸ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ। ਜਿਹੜੀ ਗੱਲ ਹੋਈ ਨਹੀਂ ਉਹਨੂੰ ਕਿਵੇਂ ਇਹ ਕਹਿ ਸਕਦੇ ਨੇ ਜੀ? ਇਹ ਆਪਣੇ ਵਕੀਲ ਸਾਹਿਬ ਨੂੰ ਪੁੱਛ ਲੈਂਦੇ। ਪਹਿਲਾ ਸਵਾਲ ਮੇਰਾ ਇਹ ਹੈ, ਐਡਵੋਕੇਟ ਜਨਰਲ ਹੁੰਦਿਆਂ ਹੋਇਆਂ ਇਹਨਾਂ ਨੇ ਬਾਹਰੋਂ ਐਡਵੋਕੇਟ ਜਨਰਲ ਤੋਂ ਬਿਨਾਂ ਹੋਰ ਕੋਈ ਐਡਵੋਕੇਟ ਕਿਵੇਂ ਲੈ ਲਿਆ? ਜੇ ਕਾਂਗਰਸ ਲੈਂਦੀ ਸੀ ਜਾਂ ਕੋਈ ਹੋਰ ਗਵਰਨਮੈਂਟ ਲੈਂਦੀ ਸੀ ਉਹਨਾਂ ਨੂੰ ਤਾਂ ਇਹ ਗੱਲਾਂ ਕਰਦੇ ਸੀ।
ਵੀ ਇਹਨਾਂ ਐਡਵੋਕੇਟ ਜਨਰਲ ਰੱਖਿਆ ਹੋਇਆ ਤੇ ਵਕੀਲ ਬਾਹਰੋਂ ਲਿਆਂਦੇ ਨੇ, ਦਿੱਲੀ ਤੋਂ ਲਿਆਂਦੇ ਫਲਾਨੀ ਜੇ, ਤੇ ਆਪ ਕੀ ਕੀਤਾ? ਨਹੀਂ, ਕੱਲ ਇਸ ਮਸਲੇ ਦੇ ਵਿੱਚ ਸਪੈਸ਼ਲ ਜਿਹੜਾ ਐਡਵੋਕੇਟ ਆ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਨੇ ਕੇਸ ਦੀ ਪੈਰਵਾਈ ਕੀਤੀ ਆ, ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੰਬੰਧਿਤ ਜਾਂ ਦਿੱਲੀ ਤੋਂ ਲਿਆਂਦਾ ਗਿਆ ਸੀ? ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਸੰਬੰਧਿਤ ਨੇ, ਸੀਨੀਅਰ ਐਡਵੋਕੇਟ ਨੇ ਔਰ ਬੜੇ ਅੱਛੇ ਐਡਵੋਕੇਟ ਨੇ। ਲੇਕਿਨ ਮੈਂ ਇੱਕ ਗੱਲ ਦਾ ਜਵਾਬ ਮੰਗਦਾ ਸਰਕਾਰ ਤੋਂ ਔਰ ਲਿਖ ਕੇ ਮੰਗਾਂਗਾ, ਤੁਹਾਡਾ ਐਡਵੋਕੇਟ ਜਨਰਲ ਹੁੰਦਿਆਂ ਹੋਇਆਂ ਤੁਹਾਨੂੰ ਇਸ ਕੇਸ ਲਈ ਬਾਹਰੋਂ ਕਿਉਂ ਕਰਨਾ ਪਿਆ? ਇਹ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਆਉਣ ਲੱਗਿਆ ਸੀ, ਹੋਇਆ ਜਾਂ ਨਹੀਂ ਹੋਇਆ? ਮੈਂ ਉਸੇ ਤੇ ਆਉਣ ਲੱਗਿਆ। ਜਦ ਸਰਕਾਰ ਕੋਲ ਇੱਕ ਆਪਣਾ ਐਡਵੋਕੇਟ ਜਨਰਲ ਆ, ਐਡਵੋਕੇਟ ਜਨਰਲ ਕੋਲ ਇੱਕ ਵੱਡੀ ਗਿਣਤੀ ਐਡਵੋਕੇਟਾਂ ਦੀ ਫੌਜ ਆ, ਫਿਰ ਵੀ ਸਿਵਲ ਤੇ ਕ੍ਰਿਮੀਨਲ ਕੇਸਾਂ ਦੇ ਮਸਲੇ 'ਚ ਪੰਜਾਬ ਸਰਕਾਰ ਨੂੰ ਜੇ ਵਕੀਲ ਹਾਇਰ ਕਰਨੇ ਪੈ ਰਹੇ ਨੇ, ਕੀ ਮੰਨਿਆ ਜਾਏ? ਕਿਹਦਾ ਫੇਲੀਅਰ ਆ, ਐਡਵੋਕੇਟ ਜਨਰਲ ਦਾ ਜਾਂ ਸਰਕਾਰ ਦਾ? ਮੈਂ ਇੱਕ ਵਾਰੀ 40 ਸਾਲ ਪਹਿਲਾਂ ਜਸਟਿਸ ਕ੍ਰਿਸ਼ਨਾ ਅਈਅਰ ਸੁਪਰੀਮ ਕੋਰਟ ਦੇ ਜੱਜ ਹੁੰਦੇ ਸਨ, ਉਹਨਾਂ ਨੂੰ ਮਿਲਿਆ ਔਰ ਗੱਲਾਂ ਵਿੱਚ ਗੱਲ ਚੱਲੀ ਬਈ ਮੈਂ ਇੱਕ ਚੀਜ਼ ਸੋਚਦਾ ਸੀ, ਜੇ ਹਮੇਸ਼ਾ ਆਪਣੇ ਤੋਂ ਵੱਡੇ ਕੋਲ ਬੈਠੋ ਤੇ ਕੋਈ ਅਕਲ ਦੀ ਗੱਲ ਸਿੱਖ ਲਈਦੀ ਹੈ। ਬਿਲਕੁਲ ਮੇਰੇ ਫਾਦਰ ਦੀ ਇਹ ਸਿੱਖਿਆ ਸੀ ਜਿਹਨੂੰ ਮੈਂ ਅੱਗੇ ਚਲਾਇਆ, ਔਰ ਉਹ ਗੱਲ ਨੂੰ ਮੈਂ ਅੱਗੇ ਤੋਰਦਿਆਂ ਹੋਇਆਂ ਜਦੋਂ ਉਸ ਮਹਿਫਿਲ ਵਿੱਚ ਉਸ ਸਮਝ ਲਓ ਜਿਹੜਾ ਵੀ ਇੱਕ ਢਾਂਚਾ ਸੀ ਉਹਦੇ ਵਿੱਚ ਬੈਠਾ ਸੀ ਮੈਂ, ਜਸਟਿਸ ਕ੍ਰਿਸ਼ਨਾ ਅਈਅਰ ਦਾ ਇਹ ਕਹਿਣਾ ਸੀ, ਰਿਕਰੂਟ 1 ਵਾਈਜ਼ ਇੰਸਟੈਡ ਆਫ 10। ਅੱਗੇ ਉਹਨਾਂ ਨੇ ਖਾਲੀ ਛੋੜ ਦਿੱਤੀਆਂ ਸੀ ਥਾਵਾਂ। ਇਹ ਸਾਰੇ ਪੰਜਾਬ ਦੇ ਜਿਹੜੇ ਮਿਹਰਬਾਨ ਸੱਜਣ ਨੇ ਜਿਨ੍ਹਾਂ ਨੇ ਮੈਨੂੰ ਅਸੀਸਾਂ ਦਿੱਤੀਆਂ, ਇਸ ਦੀ ਕਾਮਯਾਬੀ ਲਈ ਸਾਰਾ ਕੁਝ ਕੀਤਾ, ਇਹ ਸਾਰਾ ਸ਼੍ਰੇ ਉਹਨਾਂ ਨੂੰ ਜਾਂਦਾ ਹੈ। ਇਹ ਉਹਨਾਂ ਦੀ ਵੀ ਤੋਹੀਨ ਕੀਤੀ ਹੈ ਆਮ ਆਦਮੀ ਪਾਰਟੀ ਨੇ, ਇਹ ਮੇਰੀ ਹੋਈ ਨਹੀਂ ਕੀਤੀ, ਹਾਈ ਕੋਰਟ ਦੀ ਹੋਈ ਨਹੀਂ ਕੀਤੀ, ਸਾਰੇ ਪੰਜਾਬ ਦੀ ਤੋਹੀਨ ਕੀਤੀ ਹੈ। ਦਿਓ ਇਹਨਾਂ ਨੂੰ ਇੱਕ ਹੋਰ ਮੌਕਾ ਤੇ ਖਾਓ ਰਾਈ ਰੱਜ ਕੇ ਧੋਖਾ। ਪਿਛਲੀਆਂ ਸਰਕਾਰਾਂ ਵੀ ਭੱਟੀ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਕੋਈ ਹਾਈ ਪ੍ਰੋਫਾਈਲ ਕੇਸ ਹੁੰਦੇ ਸੀ ਤੇ ਦਿੱਲੀੋਂ ਵਕੀਲ ਆ ਗਏ, ਸਪੈਸ਼ਲ ਚਾਰਟਰਡ ਵੀ ਭੇਜਦੇ ਸੁਰੇਸ਼ ਕੁਮਾਰ ਵਾਲੇ ਮਸਲੇ 'ਚ ਵੀ ਚਿਦੰਬਰਮ ਪੇਸ਼ ਹੁੰਦੇ ਰਹੇ ਨੇ। ਤਾਂ ਲੱਗਦਾ ਕਿ ਇਹ ਵੀ ਹਾਈ ਪ੍ਰੋਫਾਈਲ ਕੇਸ ਹੈ। ਰਾਘਵ ਚੱਡੇ ਦੀ ਚੇਅਰਮੈਨੀ ਬਚਾਉਣ ਵਾਸਤੇ ਸਰਕਾਰ ਨੇ ਦਿੱਲੀੋਂ ਤੋਂ ਐਡਵੋਕੇਟ ਨਹੀਂ, ਆਪਣਾ ਜਿਹੜਾ ਐਡਵੋਕੇਟ ਜਨਰਲ ਦਾ ਆਫਿਸ ਹੈ ਉਹਨੂੰ ਇਗਨੋਰ ਕਰਕੇ ਦੂਜੇ ਵਕੀਲ ਹਾਇਰ ਕਰ ਲਏ। ਇਹ ਐਡਵੋਕੇਟ ਜਨਰਲ ਦੀ ਸਹਿਮਤੀ ਸੀ ਜਾਂ ਨਹੀਂ ਸੀ, ਇਹ ਸਵਾਲ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ। ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਭੇਜਿਆ ਜਾਂ ਆਮ ਆਦਮੀ ਪਾਰਟੀ ਨੇ ਆਪਣੇ ਤੌਰ ਤੇ ਭੇਜਿਆ, ਤੇ ਖਰਚਾ ਉਹਨਾਂ ਦਾ ਕਿੰਨੇ ਚੱਲਿਆ, ਇਹ ਸਵਾਲ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ। ਮੈਂ ਨਹੀਂ ਇਹਦਾ ਜਵਾਬ ਦੇ ਸਕਦਾ ਕਿਉਂਕਿ ਮੈਂ ਕਿਸੇ ਤਰ੍ਹਾਂ ਵੀ ਇਸ ਦੇ ਪਿਕਚਰ ਤੇ ਨਹੀਂ ਆ। ਕੇਸ ਵਰਸਸ ਸਟੇਟ ਹੀ ਹੈ ਨਾ ਜੀ? ਕੇਸ ਵਰਸਸ ਸਟੇਟ ਹੈ। ਬੈਂਚ ਨੇ ਪੁੱਛਿਆ ਕਿਹਦੇ ਵੱਲੋਂ ਪੇਸ਼ ਹੋ ਰਹੇ, ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ। ਇਸ ਦਾ ਮਤਲਬ ਇਹ ਹੈ ਵੀ ਭਗਵੰਤ ਮਾਨ ਵੱਲੋਂ ਕੋਈ ਨਹੀਂ ਪੇਸ਼ ਹੋਇਆ, ਚੀਫ ਸੈਕਟਰੀ ਵੱਲੋਂ ਕੋਈ ਨਹੀਂ ਪੇਸ਼ ਹੋਇਆ, ਕੇਜਰੀਵਾਲ ਵੱਲੋਂ ਕੋਈ ਨਹੀਂ ਪੇਸ਼ ਹੋਇਆ, ਰਾਘਵ ਚੱਡੇ ਵੱਲੋਂ ਕੋਈ ਨਹੀਂ ਪੇਸ਼ ਹੋਇਆ। ਇਹਨਾਂ ਨੇ ਉੱਥੇ ਇਹ ਗੱਲ ਮੰਨ ਲਈ ਹੈ, ਜੇ ਮੈਂ ਸੋਚਾਂ ਇਹ ਗੱਲ ਮੰਨ ਲਈ ਹੈ ਵੀ ਇਹ ਨੋਟੀਫਿਕੇਸ਼ਨ ਜਿਹੜੀ ਹੈ ਖਲੋਣੀ ਨਹੀਂ, ਤੇ ਅਸੀਂ ਆਪਣੀ ਜਾ ਕੇ ਫਜ਼ੀਅਤ ਕਿਉਂ ਕਰਾਉਣੀ ਹੈ। ਅਸੀਂ ਕੋਲ ਜਿਹੜਾ ਤੁਸੀਂ ਡੈਫਾਮੇਸ਼ਨ ਭੇਜਿਆ ਉਹਨੂੰ ਕਿਹੜੇ ਲੋਕ ਦੇ ਨਾਲ ਤੁਸੀਂ ਕੀ ਪੁਲਿਸ ਸਟੇਸ਼ਨ ਜਾ ਰਹੇ ਹੋ, ਉਹਦੀ ਗਰਾਊਂਡ ਕੀ ਹੈ, ਉਹਦੇ ਕਿਹੜੀ ਆਈਟੀ ਐਕਟ ਦੀ ਕਿਹਦੀ ਵਾਇਲੇਸ਼ਨ ਹੋਈ ਹੈ ਜੀ? ਜਦੋਂ ਕੋਈ ਖਬਰ ਨਾਨ ਐਗਜ਼ਿਸਟੈਂਟ ਹੋਵੇ ਜੀ, ਤੱਥਾਂ ਤੋਂ ਦੂਰ ਹੋਵੇ ਜੀ ਔਰ ਸਰਕੂਲੇਟ ਹੋਵੇ ਜੀ, ਤਾਂ ਉਹ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜਾ ਮੀਡੀਆ ਸੈੱਲ ਹੈ ਪੰਜਾਬ ਮੀਡੀਆ ਜੀ, ਉਹਨਾਂ ਨੇ ਇਹ ਸਰਕੂਲੇਟ ਕੀਤੀ ਹੈ, ਕਈ ਜਗ੍ਹਾ ਤੇ ਕੀਤੀ ਹੈ ਜੀ। ਤੇ ਇਹ ਤੱਥਾਂ ਤੋਂ ਪਰੇ ਹੋ ਕੇ ਜਿਹੜੀ ਗੱਲ ਹੋਈ ਨਹੀਂ, ਨਾਨ ਐਗਜ਼ਿਸਟੈਂਟ ਹੈ, ਉਸੇ ਤਰ੍ਹਾਂ ਹੀ ਜਿਵੇਂ ਇਹਨਾਂ ਦੀ ਨੋਟੀਫਿਕੇਸ਼ਨ ਜਿਹੜੀ ਸੀ 2 ਮਿੰਟ ਲਈ ਨਹੀਂ ਖਲੋ ਸਕੀ, ਔਰ ਇਹਨਾਂ ਦੇ ਸੀਨੀਅਰ ਐਡਵੋਕੇਟ ਸਾਹਿਬਾਨ ਕੋਈ ਉਸ ਦਾ ਜਵਾਬ ਨਹੀਂ ਦੇ ਸਕੇ, ਔਰ ਮੰਨਿਆ ਉਹਨਾਂ ਨੇ ਕੋਰਟ ਦੇ ਵਿੱਚ ਇਹ ਨੋਟੀਫਿਕੇਸ਼ਨ ਨਹੀਂ ਹੈ ਜੀ, ਨੋਟੀਫਿਕੇਸ਼ਨ ਇਸ਼ੂ ਹੋਏਗੀ ਤੇ ਫਿਰ ਇੰਨਾ ਢੋਲ ਢਮੱਕਾ ਕਾਹਦੇ ਲਈ ਪਾਇਆ ਇਹਨਾਂ ਨੇ? ਕਿਸ ਗੱਲ ਕਰਕੇ ਭਗਵੰਤ ਮਾਨ ਜੀ ਨੇ ਏਡੇ ਵੱਡੇ ਬਿਆਨ ਦੇ ਦਿੱਤੇ ਵੀ ਰਾਘਵ ਚੱਡਾ ਨੂੰ ਚੇਅਰਮੈਨ ਬਣਾ ਦਿੱਤਾ, ਮਾਂ ਜੰਮੀ ਨਾ ਪੁੱਤ ਬਨੇਰੇ ਜੀ। ਤੁਸੀਂ ਇਹ ਦੇਖੋ ਨਾ, ਮਾਂ ਜੰਮੀ ਨਾ ਪੁੱਤ ਬਨੇਰੇ, ਤੇ ਇਹ ਕਿਹੋ ਜਿਹੇ ਕੰਮ ਕਰਦੇ ਪਏ ਨੇ? ਜਿਸ ਕਲੀਅਰ ਕੱਟ ਲਿਖਿਆ, ਦੇਸ਼ ਦਾ ਜਿਹੜਾ ਸੰਵਿਧਾਨ ਕਹਿੰਦਾ ਕਿ ਕਿਸੇ ਵੀ ਲੋਕ ਸਭਾ ਮੈਂਬਰ ਜਾਂ ਰਾਜ ਸਭਾ ਮੈਂਬਰ ਨੂੰ ਆਈਦਰ ਸਟੇਟ ਔਰ ਸੈਂਟਰ ਗਵਰਨਮੈਂਟ ਕਿਤੇ ਵੀ ਜਿਹੜਾ ਆਫਿਸ ਆਫ ਪ੍ਰੋਫਿਟ ਨਹੀਂ ਦੇ ਸਕਦੀ। ਇਸ ਦੇ ਬਾਵਜੂਦ ਸਰਕਾਰ ਜਿਵੇਂ ਤੁਸੀਂ ਕਿਹਾ ਕਿ ਢੋਲ ਢਮੱਕਾ ਵੀ ਸੋਲੇ ਵੀ ਗਾਉਂਦੀ ਹੈਗੀ ਕਿ ਪੰਜਾਬ ਹੁਣ ਤਰੱਕੀਆਂ ਤੇ ਹੋਏਗਾ, ਨੋਟੀਫਿਕੇਸ਼ਨ ਜਾਰੀ ਵੀ ਨਹੀਂ ਕਰਦੀ। ਹਾਈ ਕੋਰਟ ਦੇ ਵਿੱਚ ਆ ਕੇ ਕਹਿ ਰਹੇ ਨੇ ਕਿ ਇਹ ਪੋਲੀਟੀਕਲ ਇੰਟਰਸਟ ਲਿਟੀਗੇਸ਼ਨ ਆ। ਇਹ ਜੋ ਮਰਜ਼ੀ ਕਹਿਣ, ਇਹਨਾਂ ਨੂੰ ਝੂਠ ਬੋਲਣ ਦਾ ਜਾਂ ਧੋਖਾ ਦੇਣ ਦਾ ਲਾਇਸੈਂਸ ਮਿਲਿਆ। ਪੰਜਾਬ ਦੇ ਜਿਹੜੇ 92 ਆਮ ਆਦਮੀ ਪਾਰਟੀ ਦੇ ਐਮਐਲਏ ਨੇ, ਕਿਸੇ ਕੋਲ ਕੋਈ ਅਕਲ ਨਹੀਂ। ਇਸ ਦਾ ਮਤਲਬ ਇਹ ਹੈ ਸਾਰੇ ਕਿਉਂ ਚੁੱਪ ਨੇ, ਜਾਂ ਉਹ ਸਾਰੇ ਜਿਹੜੇ ਨੇ ਕਿਸ ਹਿਸਾਬ ਨਾਲ ਜਿਹੜਾ
ਵਰਤਨ ਜਾਂ ਮਿਲਵਰਤਨ ਕਰ ਰਹੇ ਨੇ ਪੰਜਾਬ ਦੇ ਲੋਕਾਂ ਨਾਲ ਜਾਂ ਕੇਜਰੀਵਾਲ ਕਨਵੀਨਰ ਆਮ ਆਦਮੀ ਪਾਰਟੀ ਨਾਲ, ਇਹ ਆਉਣ ਵਾਲੇ ਦਿਨਾਂ ਵਿੱਚ ਸਵਾਲ ਇਕੱਠੇ ਹੋਣਗੇ ਔਰ ਖੜੇ ਹੋਣਗੇ। ਤੁਸੀਂ ਖੁਦ ਪੁੱਛੋਗੇ ਲੋਕਾਂ ਨੂੰ। ਤਾਂ ਲੱਗਦਾ ਕਿ ਇਸ ਮਸਲੇ 'ਚ ਹਰਜੋਤ ਬੈਂਸ ਖੁਦ ਉਹਨਾਂ ਦੀ ਐਡਵੋਕੇਟ ਹੈ, ਪੇਸ਼ ਰਹੇ ਨੇ, ਉਹਨਾਂ ਦਾ ਲਾਇਸੈਂਸ ਬਾਰੇ ਚਰਚਾ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਜਾਂ ਨਾ ਹੋਵੇ। ਫਿਰ ਨਾਲ ਦੀ ਨਾਲ ਵਿਧਾਨ ਸਭਾ ਦੇ ਸਪੀਕਰ ਜਿਹੜੇ ਖੁਦ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਨੇ, ਕੈਬਨਿਟ ਮਿਨਿਸਟਰ ਇੱਕ ਸੰਵਿਧਾਨਕ ਅਹੁਦੇ ਦੇ ਸਹੁੰ ਚੱਕੇ ਹੈਗੇ, ਹਾਈ ਕੋਰਟ ਦੇ ਮਸਲੇ 'ਚ ਇੰਟਰਵੀਨ ਕਰਨਾ, ਹਾਈ ਕੋਰਟ ਦੇ ਮਸਲੇ 'ਚ ਟਿੱਪਣੀ ਕਰਨ, ਹਾਈ ਕੋਰਟ ਦੇ ਮਸਲੇ 'ਚ ਵੈਲਕਮ ਕਰਨ, ਜਿਹੜਾ ਡਿਸੀਜਨ ਨਹੀਂ ਹੋਇਆ। ਦੇਖੋ, ਜੇ ਉਹਨਾਂ ਨੇ ਇਹ ਕਿਸੇ ਦੀ ਚੁੱਕ ਕੇ ਚਾ ਕੇ ਜਾਂ ਮਾਈਲੇਜ ਲੈਣ ਦੀ ਖਾਤਰ ਜਾਂ ਝੂਠੀ ਸ਼ੋਹਰਤ ਖੱਟਣ ਦੀ ਖਾਤਰ, ਵਾਹਵਾ ਖੱਟਣ ਦੀ ਖਾਤਰ ਉਹਨਾਂ ਨੇ ਇਹ ਕੰਮ ਕੀਤਾ, ਤੇ ਇਹ ਕੰਮ ਉਹਨਾਂ ਦਾ ਝੂਠ ਤੇ ਧੋਖਾ ਉਹਨਾਂ ਨੂੰ ਮੁਬਾਰਕ। ਇਹ ਪੰਜਾਬ ਦੇ ਲੋਕਾਂ ਨਾਲ ਧੋਖਾ, ਔਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਡੈਕੋਰਮਸ ਆਫ ਨੋਬਲ ਪ੍ਰੋਫੈਸ਼ਨ ਆਫ ਐਡਵੋਕੇਟ ਕੀ ਹੁੰਦੇ ਆ। ਇਹ ਸਭ ਤੋਂ ਮੰਦਭਾਗੀ ਗੱਲ ਹੈ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਹੈ ਵਿਜ਼ਡਮ ਉਹਦਾ ਮੁਜ਼ਾਹਰਾ ਦਿਖਾਇਆ। ਜੇ ਉਹਨਾਂ ਦਾ ਵਿਕੀਪੀਡੀਆ ਦੇਖੋ, ਉਹ ਕੁਝ ਬੋਲਦਾ, ਉਹਦੇ ਵੀ ਕਸਵੱਟੀ ਤੇ ਹੀ ਘੱਟੋ ਘੱਟ ਪੂਰਾ ਉਤਰ ਜਾਂਦੇ, ਉਸ ਨੂੰ ਹੀ ਘੱਟੋ ਘੱਟ ਜਿਹੜਾ ਉਹ ਦੇਖ ਲੈਂਦੇ, ਸਮਝ ਲੈਂਦੇ, ਸੋਚ ਲੈਂਦੇ, ਵਿਚਾਰ ਲੈਂਦੇ, ਤੇ ਕਿਸੇ ਨਾ ਕਿਸੇ ਤਰ੍ਹਾਂ ਸੋਚਣ ਤੋਂ ਪਹਿਲੇ ਗੁਰੇਜ਼ ਕਰ ਲੈਂਦੇ। ਸਰ, ਇੱਕ ਚਰਚਾ, ਕਿਉਂਕਿ ਤੁਸੀਂ ਤੇ ਕੇਸ ਲੜ ਰਹੇ ਹੋ ਕਿ ਜਦ ਕੋਰਟ ਦੀ ਸੁਣਵਾਈ ਹੋ ਰਹੀ ਸੀ ਉਹਦੇ 'ਚ ਕਿਹਾ ਕਿ ਕਾਫੀ ਸਖਤ ਟਿੱਪਣੀਆਂ ਜਾਂ ਸਖਤ ਅਬਜ਼ਰਵੇਸ਼ਨ ਆਈ ਹੈ ਕਿ ਫਿਰ ਇੱਕ ਬੰਦੇ ਨੂੰ ਅਧਿਕਾਰ ਦੇ ਦਿਓ, ਫਿਰ ਸਰਕਾਰਾਂ ਚੁਣਨ ਦਾ ਕੀ ਫਾਇਦਾ, ਵੋਟਾਂ ਕਰਾਉਣ ਦਾ ਕੀ ਫਾਇਦਾ। ਇਹ ਗੱਲਾਂ ਬਾਹਰ ਹੈ, ਇਹ ਸੱਚ ਅੰਦਰ ਉੱਠੀਆਂ ਹੈਗੀਆਂ ਜੀ। ਦੇਖੋ, ਜਿਹੜੀਆਂ ਗੱਲਾਂ ਹੁੰਦੀਆਂ ਆਬਜ਼ਰਵੇਸ਼ਨਸ ਡਿਊਰਿੰਗ ਦੀ ਕੋਰਸ ਆਫ ਆਰਗੂਮੈਂਟਸ ਬੜੀਆਂ ਹੁੰਦੀਆਂ, ਇੱਧਰੋਂ ਵੀ ਉੱਧਰੋਂ ਵੀ, ਸੱਜਿਓਂ ਵੀ ਖੱਬਿਓਂ ਵੀ, ਲੇਕਿਨ ਪ੍ਰੈਕਟੀਕਲ ਗੱਲ ਉਹੀ ਹੁੰਦੀ ਹੈ ਜਿਹੜੀ ਆਰਡਰ ਦੇ ਵਿੱਚ ਹੁੰਦੀ ਹੈ। ਹਾਈ ਕੋਰਟ ਕਿਸ ਤਰ੍ਹਾਂ ਦੇ ਆਰਡਰ ਜਾਰੀ ਕਰਦੀ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੋਏਗਾ। ਫਿਰ ਜਦੋਂ ਬੈਂਚ ਇਹੋ ਜਿਹੀਆਂ ਗੱਲਾਂ ਕਰਦੇ ਨੇ, ਉਹ ਤੇ ਇੱਕ ਕਾਨੂੰਨ ਦੇ ਬਰਾਬਰ ਹੀ ਹੈ ਨਾ ਜੀ। ਉਹ ਕਾਨੂੰਨ ਦੇ ਬਰਾਬਰ ਜ਼ਰੂਰ ਹੁੰਦਾ, ਆਬਜ਼ਰਵੇਸ਼ਨ ਜ਼ਰੂਰ ਹੁੰਦੀ ਹੈ, ਔਰ ਨੋਟਿੰਗ ਵੀ ਹੁੰਦੀ ਹੈ ਉਹਨਾਂ ਦੀ, ਸਾਰਾ ਕੁਝ ਹੁੰਦਾ, ਲੇਕਿਨ ਉਨੀ ਦੇਰ ਤੱਕ ਉਹ ਆਦੇਸ਼ ਦਾ ਹਿੱਸਾ ਨਹੀਂ ਬਣ ਸਕਦੀ ਜਿੰਨੀ ਦੇਰ ਉਹਦੀ ਲਿਖਤ ਨਹੀਂ ਹੁੰਦੀ। ਪਰ ਇਹ ਤਾਂ ਮੰਨ ਸਕਦੇ ਹਾਂ ਕਿ ਬੈਂਚ ਵੀ, ਕੋਰਟ ਵੀ ਇੱਕ ਫਿਕਰ ਤੇ ਕਰਦੀ ਹੈਗੀ ਨਾ, ਉਸ ਸੰਵਿਧਾਨ ਦੀ ਜਿਹੜਾ ਆਲੇ ਦੁਆਲੇ ਦੀ ਦਾਇਰੇ 'ਚ ਰਹਿ ਕੇ ਗੱਲ ਤੇ ਮੰਨੀ ਜਾਂਦੀ ਹੈ ਕਿ ਕੀਤੀ ਹੈਗੀ ਹੈ ਕਿ ਜੇ ਆਪਾਂ ਇੱਕ ਪਾਸੇ 92 ਵਿਧਾਇਕ ਨੇ, ਦੂਜੇ ਪਾਸੇ ਸਾਨੂੰ ਕੀ ਲੋੜ ਪੈ ਗਈ ਹੈਗੀ। ਮੇਰਾ ਇਹ ਕਹਿਣਾ ਮਾਨਯੋਗ ਅਦਾਲਤ ਨੂੰ ਕਿ ਮੈਂ ਕਨਸਟੀਟਿਊਸ਼ਨਲ ਕੋਰਟ ਦੇ ਸਾਹਮਣੇ ਖੜਾ, ਕਨਸਟੀਟਿਊਸ਼ਨ ਦੀ ਰਾਖੀ ਦੀ ਖਾਤਰ ਖੜਾ, ਤੇ ਕਨਸਟੀਟਿਊਸ਼ਨਲ ਜਿਹੜੀ ਸਰਕਾਰ ਹੈ ਉਹ ਕਨਸਟੀਟਿਊਸ਼ਨ ਦੀਆਂ ਧੱਜੀਆਂ ਕਿਵੇਂ ਉਡਾ ਰਹੀ ਹੈ, ਇਸ ਚੀਜ਼ ਨੂੰ ਤੁਸੀਂ ਦੇਖ ਲਓ। ਤੇ ਫਿਰ ਇਸ ਹਿਸਾਬ ਨਾਲ ਕੋਰਟ ਨੇ ਆਪਣਾ ਕੀ ਅੱਗੋਂ ਰੁਖ ਅਖਤਿਆਰ ਕੀਤਾ ਹੈ, ਇਹ ਉਹਨਾਂ ਤੇ ਹੈ। ਮੇਰੀ ਇਹ ਸਬਮਿਸ਼ਨ ਸੀ। ਲਾਸਟ ਹੁਣ ਡੈਫਾਮੇਸ਼ਨ ਭੇਜਿਆ ਹੈਗਾ, ਉਹ ਅਨਕੰਡੀਸ਼ਨਲ ਅਪੋਲੋਜਾਈਜ਼ ਕਰਦੇ ਨਹੀਂ ਕਰਦੇ ਹੈਗੇ, ਤੁਸੀਂ ਕੀ ਇਨ ਫਿਊਚਰ ਸੋਚਿਆ ਹੈਗਾ? ਭਗਵੰਤ ਮਾਨ ਜੀ ਤੇ ਵੀ ਡੈਫਾਮੇਸ਼ਨ ਦਾ ਕੇਸ ਚੱਲਦਾ ਪਿਆ, ਤੁਹਾਨੂੰ ਪਤਾ ਜਾਂ ਨਹੀਂ ਪਤਾ? ਚੱਲਦਾ ਪਿਆ, ਔਰ ਸਮਨਾ ਤੋਂ ਬਾਰ-ਬਾਰ ਜਿਹੜੇ ਨੇ ਉਹ ਮੂੰਹ ਛੁਪਾਉਂਦੇ ਫਿਰਦੇ ਨੇ ਜੀ ਸਾਡੇ ਮੁੱਖ ਮੰਤਰੀ ਪੰਜਾਬ ਕਿ ਕੇਜਰੀਵਾਲ, ਅਰਵਿੰਦ ਕੇਜਰੀਵਾਲ ਵਾਂਗੂ ਉਹ ਮਾਫੀ ਮੰਗਣਗੇ ਜਾਂ ਕੀ ਕਰਨਗੇ, ਜਾਂ ਹਰਜੋਤ ਬੈਂਸ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਨਗੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਏਗਾ। ਡੈਫਾਮੇਸ਼ਨ ਜਾਰੀ ਰਹੇਗਾ। ਔਰ ਜਿਹੜੀ ਤੁਸੀਂ ਕਿਹਾ ਕਿ ਪੁਲਿਸ ਨੂੰ ਕੰਪਲੇਂਟ ਦਿੱਤੀ ਜਾਏਗੀ, ਉਹ ਅੱਜ ਹੀ ਦੇ ਦਿੱਤੀ ਹੈ ਕਿ ਦੇਣੀ ਜੀ? ਮੈਂ ਕਈ ਪ੍ਰੋਜੈਕਟਸ ਤੇ ਔਰ ਪੋਸੀਬਲ ਹੈ ਕਿ ਇਹ ਕੋਈ ਨਾ ਕੋਈ ਹੋਰ ਅਕਲਮੰਦੀ ਕਰਨਗੇ ਸ਼ਾਮ ਤੱਕ, ਤੇ ਦੇਖਾਂਗੇ ਕਿੱਧਰ ਨੂੰ ਜਾਣਾ। ਅਕਲਮੰਦੀ ਇਨਵਾਈਟਡ ਕੌਮਾਂ ਵਾਲੀ? ਇਨਵਾਈਟਡ ਕੌਮਾਂ। ਚਲੋ ਬਾਬਾ ਮਿਹਰਬਾਨੀ। ਇਹ ਸਨ ਸੀਨੀਅਰ ਐਡਵੋਕੇਟ ਜਗਮੋਹਨ ਸਿੰਘ ਪੱਟੀ। ਔਰ ਜਿੱਥੋਂ ਤੱਕ ਰਾਘਵ ਚੱਡਾ ਦਾ ਮਸਲਾ, ਪੰਜਾਬ ਸਰਕਾਰ ਉਹਨਾਂ ਨੂੰ ਇੱਕ ਸਪੈਸ਼ਲ ਕਮੇਟੀ ਦਾ ਇੱਕ ਸਲਾਹਕਾਰ ਲਾਉਣੀ ਚਾਹੀਦੀ, ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ ਹੈਗਾ। ਹਾਈ ਕੋਰਟ ਨੇ ਸਰਕਾਰ ਨੂੰ ਪੜਚੋਲ ਕਰਨ ਵਾਸਤੇ ਕਹਿਤਾ, ਲੇਕਿਨ ਜਿਸ ਤਰ੍ਹਾਂ ਉਸ ਪੜਚੋਲ ਨੂੰ ਲੈ ਕੇ ਸਰਕਾਰ ਨੇ ਢੋਲ ਵਜਾਏ ਨੇ, ਉਸ ਮਸਲੇ 'ਚ ਉਸੇ ਪਟੀਸ਼ਨ ਕਰਤਾ ਵਕੀਲ ਵੱਲੋਂ ਉਹਨਾਂ ਲੋਕਾਂ ਦੇ ਖਿਲਾਫ ਮਾਨਹਾਨੀ ਦਾ ਕੇਸ ਭੇਜਿਆ ਕਿ ਆਖਰ ਜਿਹੜੀ ਪ੍ਰੋਸੀਡਿੰਗ ਹੋਈ ਨਹੀਂ ਉਹਦਾ ਹਿੱਸਾ ਬਣਾ ਕੇ ਜਨਤਕ ਕੀਤਾ ਗਿਆ ਹੈਗਾ ਬਿਨਾਂ ਵਜ੍ਹਾ, ਤੇ ਇਹ ਉਹਨਾਂ ਦੀ ਹੀ ਹੱਦ ਤੱਕ ਨਹੀਂ ਆ, ਨਾਲ ਦੀ ਨਾਲ ਕੋਰਟ ਦੀ ਵੀ ਆ। ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਤੈਅ ਕਰਦਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਪੁੱਲਰ, ABC ਪੰਜਾਬ, ਚੰਡੀਗੜ੍ਹ।